Hello friends, welcome to Magnificent Learning. So today we are going to discuss Piaget cognitive development theory, जो कि अपने आप ਦੇ ਵਿੱਚ ਇੱਕ ਇੰਪੋਰਟੈਂਟ ਥਿਊਰੀ ਹੈ। ਹਰ ਇੱਕ ਟੀਚਿੰਗ ਐਗਜ਼ਾਮ ਭਾਵੇਂ ਸੀਟੈਟ, ਪੀਟੈਟ, KVS, NVS, DSSS ਕੋਈ ਵੀ ਟੀਚਿੰਗ ਐਗਜ਼ਾਮ ਹੋਵੇ ਉਸ ਦੇ ਵਿੱਚ ਪੁੱਛੀ ਜਾਂਦੀ ਹੈ ਥਿਊਰੀ ਦੇ ਕਾਫੀ ਸਾਰੇ ਕੁਐਸਚਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਜੋ ਕਿ ਕੁਐਸਚਨਸ ਆਪਣੇ ਆਪ ਦੇ ਵਿੱਚ ਕਾਫੀ ਇੰਪੋਰਟੈਂਟ ਵੀ ਹੁੰਦੇ ਨੇ। ਸੋ ਇਸ ਥਿਊਰੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ 4 ਸਟੇਜਸ ਆਫ ਜਿਹੜੀਆਂ ਡਿਵੈਲਪਮੈਂਟ ਨੇ, ਠੀਕ ਹੈ ਜੀ, ਸੈਂਸਰੀ ਮੋਟਰ ਸਟੇਜ, ਪ੍ਰੀ ਆਪਰੇਸ਼ਨਲ ਸਟੇਜ, ਕੰਕਰੀਟ ਆਪਰੇਸ਼ਨਲ ਸਟੇਜ ਐਂਡ ਦੈਨ ਫਾਰਮਲ ਆਪਰੇਸ਼ਨਲ ਸਟੇਜ, ਇਹਨਾਂ ਚਾਰੇ ਹੀ ਸਟੇਜਸ ਨੂੰ ਜਿਹੜੇ ਹੈਗੇ ਅਸੀਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਦੈਨ ਇਸ ਤੋਂ ਬਾਅਦ ਕੋਗਨੀਟਿਵ ਪ੍ਰੋਸੈਸਿਸ ਨੇ, ਸਕੀਮਾਸ, ਇਕੁਲਿਬ੍ਰੇਸ਼ਨ, ਐਕੋਮੋਡੇਸ਼ਨ, ਐਸਿਮੀਲੇਸ਼ਨ, ਇਹ ਚਾਰ ਜਿਹੜੀ ਇੰਪੋਰਟੈਂਟ ਟਰਮਸ ਨੇ। ਐਕੋਮੋਡੇਸ਼ਨ ਅਤੇ ਐਸਿਮੀਲੇਸ਼ਨ ਨਾਲ ਰਿਲੇਟਡ ਕਾਫੀ ਕੁਐਸਚਨਸ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਇਹਨਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ। ਦੈਨ ਉਸ ਤੋਂ ਬਾਅਦ ਅਸੀਂ ਇੰਪਲੀਕੇਸ਼ਨਸ ਫॉर ਟੀਚਰਸ, ਠੀਕ ਹੈ ਜੀ, ਸਟੂਡੈਂਟ ਤੁਸੀਂ ਇੱਕ ਕਲਾਸਰੂਮ ਦੇ ਵਿੱਚ ਇੱਕ ਬੱਚਾ ਦੇ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ, ਇਸ ਨੂੰ ਵੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ, ਠੀਕ ਹੈ ਜੀ। ਅਗਰ ਵੀਡੀਓ ਪਸੰਦ ਆਈ ਹੋਏ ਤਾਂ ਜ਼ਰੂਰ ਲਾਈਕ ਕਰਕੇ ਜਾਇਓ। ਐਂਡ ਸਭ ਤੋਂ ਪਹਿਲੇ ਥੋੜ੍ਹਾ ਜਿਹਾ ਜੀਨ ਪਿਆਜੇ ਦੇ ਬਾਰੇ ਜਾਣ ਲੈਂਦੇ ਹਾਂ। ਜੀਨ ਪਿਆਜੇ ਕੌਣ ਸੀ? ਜੀਨ ਪਿਆਜੇ ਇੱਕ ਸਾਈਕੋਲੋਜਿਸਟ ਸੀਗੇ ਅਤੇ ਇੱਕ ਜੈਨੇਟਿਕ ਐਪਿਸਟਮੋਲੋਜਿਸਟ ਸੀ, ਠੀਕ ਹੈ ਜੀ। ਔਰ ਜਿਹੜੇ ਜੀਨ ਪਿਆਜੇ ਸੀ ਉਹ ਜ਼ਿਆਦਾ ਕੰਸਟਰਕਟਿਵਿਜ਼ਮ 'ਤੇ ਬਿਲੀਵ ਕਰਦੇ ਸੀ, ਯਾਨੀ ਕਿ ਉਹਨਾਂ ਦਾ ਬਿਲੀਵ ਸੀ ਜਿਹੜੇ ਬੱਚੇ ਨੇ ਜਾਂ ਕੋਈ ਵੀ ਹੈ, ਠੀਕ ਹੈ ਜੀ, ਉਹ ਕਿ ਆਪਣੀ ਨੌਲੇਜ ਨੂੰ ਖੁਦ ਕੰਸਟਰਕਟ ਕਰਦੇ ਨੇ, ਆਪਣੀ ਗਿਆਨ ਦਾ ਖੁਦ ਨਿਰਮਾਣ ਕਰਦੇ ਨੇ। ਐਂਡ ਟੀਚਰ ਐਜ਼ ਅ ਫੈਸਿਲੀਟੇਟਰ ਹੋਣਾ ਚਾਹੀਦਾ ਤਾਂ ਕਿ ਉਹ ਬੱਚਿਆਂ ਨੂੰ ਫੈਸਿਲੀਟੇਟ ਕਰ ਸਕੇ, ਤਾਂ ਕਿ ਜਿਹੜੇ ਬੱਚੇ ਨੇ ਉਹ ਆਪਣੇ ਆਪ ਡਿਸਕਵਰੀ ਲਰਨਿੰਗ ਕਰ ਸਕਣ, ਆਪਣੇ ਆਪ ਸਿੱਖ ਸਕਣ, ਠੀਕ ਹੈ ਜੀ। ਐਂਡ ਜੀਨ ਪਿਆਜੇ ਨੂੰ ਫਾਦਰ ਆਫ ਸਾਈਕੋਲੋਜੀ ਵੀ ਕਿਹਾ ਜਾਂਦਾ ਹੈ। ਸੋ ਜੀਨ ਪਿਆਜੇ ਦੀ ਥਿਊਰੀ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਥਿਊਰੀ ਹੈ। ਐਂਡ ਕੋਗਨੇਟਿਵ ਕੰਸਟਰਕਟਿਵਿਸਟ ਸੀਗੇ, ਠੀਕ ਹੈ ਜੀ, ਇਹਨਾਂ ਨੇ ਕੋਗਨੇਟਿਵ ਦੀ ਇੰਪੋਰਟੈਂਟ ਥਿਊਰੀ ਹੈ। ਇੱਕ ਹੋਰ ਥਿਊਰੀ ਇਹਨਾਂ ਦੀ ਮੋਰਲ ਡਿਵੈਲਪਮੈਂਟ ਥਿਊਰੀ, ਉਸ ਨੂੰ ਵੀ ਅਸੀਂ ਅੱਗੇ ਜਾ ਕੇ ਜਿਹੜਾ ਹੈ ਕਿ ਡਿਸਕਸ ਕਰਨ ਵਾਲੇ ਹਾਂ, ਠੀਕ ਹੈ ਜੀ। ਸੋ ਇਹ ਸੀਗਾ ਜੀਨ ਪਿਆਜੇ ਦੇ ਬਾਰੇ। ਐਂਡ ਕੁਝ ਇੰਪੋਰਟੈਂਟ ਟਰਮਸ ਮੈਂ ਤੁਹਾਨੂੰ ਦੱਸ ਦੇਣੀ ਜਿਹਨਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ। ਇਹ ਜਿਹੜੇ ਇੰਪੋਰਟੈਂਟ ਟਰਮਸ ਨੇ ਜਿਨ੍ਹਾਂ ਨੂੰ ਸਮਝਣਾ ਇੰਪੋਰਟੈਂਟ ਹੈ, ਇਹਨਾਂ ਦੇ ਨਾਲ ਰਿਲੇਟਡ ਜਿਹੜੇ ਨੇ ਐਗਜ਼ਾਮ ਦੇ ਵਿੱਚ ਪੇਪਰ ਦੇਖਣ ਨੂੰ ਮਿਲਦੇ ਨੇ, ਕੁਐਸਚਨ ਦੇਖਣ ਨੂੰ ਮਿਲਦੇ ਆ, ਜਿਵੇਂ ਕਿ ਸਕੀਮਾ, ਐਸਿਮੀਲੇਸ਼ਨ, ਐਕੋਮੋਡੇਸ਼ਨ, ਇਕੁਲਿਬ੍ਰੇਸ਼ਨ, ਆਬਜੈਕਟ ਪਰਮਾਨੈਂਸ, ਈਗੋਸੈਂਟਰਿਕ, ਇਹ ਸਾਰੇ ਹੀ ਇੰਪੋਰਟੈਂਟ ਟਰਮਸ ਨੇ, ਇਹਨਾਂ ਨੂੰ ਸਮਝਣਾ ਜ਼ਰੂਰੀ ਹੈ, ਠੀਕ ਹੈ ਜੀ। ਹੁਣ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਕੋਗਨੇਟਿਵ ਡਿਵੈਲਪਮੈਂਟ ਕੀ ਹੁੰਦਾ ਹੈ। ਸੋ ਬਾਕੀ ਦੀ ਥਿਊਰੀ ਸਮਝਣ ਤੋਂ ਪਹਿਲੇ ਤੁਹਾਨੂੰ ਕੋਗਨੇਟਿਵ ਡਿਵੈਲਪਮੈਂਟ ਕੀ ਹੁੰਦਾ ਉਸ ਨੂੰ ਸਮਝਣਾ ਜ਼ਰੂਰੀ ਹੈ। ਕੋਗਨੇਟਿਵ ਡਿਵੈਲਪਮੈਂਟ ਦਾ ਬੇਸਿਕਲੀ ਸੰਬੰਧ ਹੈਗਾ ਹੈ ਬ੍ਰੇਨ ਡਿਵੈਲਪਮੈਂਟ ਦੇ ਨਾਲ, ਠੀਕ ਹੈ ਜੀ। ਸਾਡਾ ਦਿਮਾਗ ਦੇ ਵਿਕਾਸ ਦੇ ਨਾਲ ਸਿੱਧਾ ਇਹਦਾ ਸੰਬੰਧ ਹੈ ਕੋਗਨੇਟਿਵ ਡਿਵੈਲਪਮੈਂਟ ਦਾ। ਕੋਗਨੇਟਿਵ ਡਿਵੈਲਪਮੈਂਟ ਇੱਕ ਆਪਣੇ ਆਪ ਦੇ ਵਿੱਚ ਬਰੋਡ ਟਰਮ ਹੈ, ਠੀਕ ਹੈ ਜੀ। ਇਹਦਾ ਵਿਸਥਾਰ ਜਿਹੜਾ ਕਾਫੀ ਜ਼ਿਆਦਾ ਹੈ। ਇਸ ਦੇ ਵਿੱਚ ਕੀ ਹੁੰਦਾ ਵੀ ਜਿਹੜਾ ਕੋਈ ਵੀ ਬੱਚਾ ਹੈਗਾ ਹੈ, ਥਿਊਰੀ ਦੇ ਅਕੋਰਡਿੰਗ ਜਿਹੜਾ ਬੱਚਾ ਹੈ ਉਹ ਕਿਸ ਤਰੀਕੇ ਦੇ ਨਾਲ ਥਿੰਕ ਕਰਦਾ ਹੈ, ਕਿਵੇਂ ਆਪਣੇ ਆਲੇ ਦੁਆਲੇ ਦੀ ਚੀਜ਼ਾਂ ਦੇ ਬਾਰੇ ਸੋਚਦਾ ਹੈ, ਆਪਣੇ ਆਲੇ ਦੁਆਲੇ ਦੀ ਚੀਜ਼ਾਂ ਨੂੰ ਕਿਵੇਂ ਐਕਸਪਲੋਰ ਕਰਦਾ ਹੈ, ਕਿਸ ਨਜ਼ਰੀਏ ਦੇ ਨਾਲ ਦੇਖਦਾ ਹੈ, ਸਾਰਾ ਹੀ ਕੋਗਨੇਟਿਵ ਡਿਵੈਲਪਮੈਂਟ ਦਾ ਇੱਕ ਹਿੱਸਾ ਹੈ। ਸੋ ਨੌਲੇਜ, ਗਿਆਨ ਲੈਣਾ, ਕੌਸ਼ਲਾਂ ਨੂੰ ਸਿੱਖਣਾ, ਮੁਸੀਬਤਾਂ ਨੂੰ ਹੱਲ ਕਰਨਾ, ਠੀਕ ਹੈ ਜੀ, ਇਹ ਸਾਰੀਆਂ ਹੀ ਚੀਜ਼ਾਂ ਕਿਸ ਦੇ ਵਿੱਚ ਆ ਜਾਂਦੀਆਂ ਨੇ? ਕੋਗਨੇਟਿਵ ਡਿਵੈਲਪਮੈਂਟ ਦੇ ਵਿੱਚ। ਐਂਡ ਆਪਣੇ ਆਲੇ ਦੁਆਲੇ ਦੇ ਜਿਹੜਾ ਵਰਲਡ ਹੈ, ਠੀਕ ਹੈ, ਉਹਨੂੰ ਅੰਡਰਸਟੈਂਡ ਕਰਨਾ, ਇਹ ਵੀ ਕੋਗਨੇਟਿਵ ਡਿਵੈਲਪਮੈਂਟ ਦਾ ਹੀ ਇੱਕ ਹਿੱਸਾ ਹੈ। ਕੋਗਨੇਟਿਵ ਡਿਵੈਲਪਮੈਂਟ ਬੇਸਿਕਲੀ ਬ੍ਰੇਨ ਡਿਵੈਲਪਮੈਂਟ ਦਾ ਇੱਕ ਬ੍ਰੇਨ ਡਿਵੈਲਪਮੈਂਟ ਕਿਹਦਾ ਪਾਰਟ ਹੈ? ਕੋਗਨੇਟਿਵ ਡਿਵੈਲਪਮੈਂਟ ਦਾ, ਠੀਕ ਹੈ ਜੀ। ਕੋਗਨੇਟਿਵ ਡਿਵੈਲਪਮੈਂਟ ਆਪਣੇ ਆਪ ਦੇ ਵਿੱਚ ਇੱਕ ਬਰੋਡ ਟਰਮ ਹੈ। ਹੁਣ ਅਸੀਂ ਕੁਝ ਇੰਪੋਰਟੈਂਟ ਟਰਮਸ ਨੇ ਉਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਐਸਿਮੀਲੇਸ਼ਨ, ਇਕੁਲਿਬ੍ਰੇਸ਼ਨ, ਨਿਊ ਸਿਚੁਏਸ਼ਨ, ਡਿਸਇਕੁਲਿਬ੍ਰੇਸ਼ਨ, ਐਕੋਮੋਡੇਸ਼ਨ, ਸਕੀਮਾ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਜ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਕੀਮਾ ਕੀ ਹੁੰਦਾ ਹੈ। ਸਕੀਮਾ ਬੇਸਿਕਲੀ ਬੇਸਿਕ ਮੈਂਟਲ ਸਟਰਕਚਰ ਇਨ ਵਿਚ ਵਨ ਰਿਸੀਵ ਦ ਇਨਫੋਰਮੇਸ਼ਨ ਫਰੋਮ ਇਨਵਾਇਰਮੈਂਟ। ਸਕੀਮਾ ਬੇਸਿਕਲੀ ਕੀ ਹੁੰਦੀ ਹੈ? ਸਾਡੇ ਦਿਮਾਗ ਦੇ ਵਿੱਚ ਇੱਕ ਮੈਂਟਲ ਸਟਰਕਚਰ ਤਿਆਰ ਹੁੰਦਾ ਹੈ। ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਂਦੀ ਹੈ। ਸਪੋਜ਼ ਇੱਕ ਆਦਮੀ ਹੈ, ਠੀਕ ਹੈ ਜੀ, ਉਹਨੂੰ ਭੁੱਖ ਲੱਗਦੀ ਹੈ, ਠੀਕ ਹੈ ਜੀ। ਐਂਡ ਉਹ ਕੀ ਕਰਦਾ? ਰੈਸਟੋਰੈਂਟ ਦੇ ਵਿੱਚ ਸਭ ਤੋਂ ਪਹਿਲੇ ਜਾਂਦਾ ਹੈ ਐਂਡ ਦੈਨ ਉਸ ਤੋਂ ਬਾਅਦ ਟੇਬਲ 'ਤੇ ਬੈਠਦਾ ਹੈ, ਫਿਰ ਉਸਨੂੰ ਮੈਨੂ ਕਾਰਡ ਚੈੱਕ ਕਰਦਾ ਹੈ, ਫਿਰ ਉਸ ਤੋਂ ਬਾਅਦ ਆਪਣਾ ਔਡਰ ਦਿੰਦਾ ਹੈ। ਖਾਣਾ ਖਾਣ ਤੋਂ ਬਾਅਦ ਫਿਰ ਕੀ ਕਰਦਾ? ਉਹ ਬਿੱਲ ਪੇ ਕਰਦਾ ਹੈ। ਇਹ ਕੀ ਇੱਕ ਇਹ ਜਿਹੜਾ ਔਡਰ ਸੈੱਟ ਹੈ, ਇੱਕ ਮੈਂਟਲ ਸਟਰਕਚਰ ਹੈ, ਇਹ ਕੀ ਹੈ? ਸਕੀਮਾ ਹੈ, ਓਕੇ ਜੀ। ਇਸ ਨੂੰ ਕੀ ਕਿਹਾ ਜਾਂਦਾ ਹੈ? ਸਕੀਮਾ। ਸਕੀਮਾ ਕੀ ਇੱਕ ਮੈਂਟਲ ਸਟਰਕਚਰ ਹੈ ਜਿਹੜੀ ਕਿ ਸਾਡੇ ਦਿਮਾਗ ਦੇ ਵਿੱਚ ਜਿਹੜੀ ਇੱਕ ਸਕੀਮਾ ਬਣੀ ਹੁੰਦੀ ਹੈ। ਕਿਸੇ ਵੀ ਸਿਚੁਏਸ਼ਨ ਨੂੰ ਲੈ ਕੇ, ਆਪਣੇ ਇਨਵਾਇਰਮੈਂਟ ਨੂੰ ਲੈ ਕੇ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਦਿਮਾਗ ਦੇ ਵਿੱਚ ਫੀਡ ਹੁੰਦੀ ਹੈ ਕਿਸੇ ਪਰਟੀਕੂਲਰ ਚੀਜ਼ ਨੂੰ ਲੈ ਕੇ, ਉਹ ਕੀ ਹੁੰਦੀ ਹੈ? ਸਕੀਮਾ। ਜਿਵੇਂ ਕਿ ਤੁਹਾਨੂੰ ਮੈਂ ਇੱਕ ਰੈਸਟੋਰੈਂਟ ਵਾਲੀ ਐਗਜ਼ਾਮਪਲ ਦਿੱਤੀ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਰੈਸਟੋਰੈਂਟ ਦੇ ਅੰਦਰ ਜਾਏਗਾ, ਟੇਬਲ 'ਤੇ ਬੈਠੇਗਾ, ਚੇਅਰ 'ਤੇ ਬੈਠੇਗਾ, ਠੀਕ ਹੈ ਜੀ, ਆਪਣੇ ਟੇਬਲ 'ਤੇ। ਦੈਨ ਉਸ ਤੋਂ ਬਾਅਦ ਉਹ ਕੀ ਕਰੇਗਾ?
मेनू कार्ड को देखना, मेनू कार्ड देख के उस तो बाद उन्होंने ऑर्डर देना, ठीक है जी। दैन उस तो बाद खाना खाने तो बाद बिल पे करना। ये सारा की है स्कीमां के अंडर आ जाता है। हुण आपां कुछ एसिमिलेशन टर्म नूं समझ लैंदे हां। एसिमिलेशन बेसिकली की हुंदा है, जो भी साडे अंदर एग्जिस्टिंग इनफॉर्मेशन है, किसी भी पर्टिकुलर चीज़ नूं लैके इनफॉर्मेशन है, उसनूं मॉडिफाई करना या फिर उस दे विच कुछ चेंजिस करनियाँ, ठीक है जी। स्कीमा साडे विच है ना, वट वी ऑलरेडी नो, किसी चीज़ के बारे जानते हैं, उस दे विच कुछ न्यू इनफॉर्मेशन मॉडिफाई करना, चेंज करना या फिर ऐड करना, वो किसका पार्ट है? एसिमिलेशन का। एसिमिलेशन का की मतलब है? इनफॉर्मेशन ऐड करना, ठीक है जी। जिमें कि सपोज एक बच्चा है, वो देखता है 4 लत्तां तो एक टेल है, ठीक है जी। डॉग में देखता है तो अपने फादर में पूछते हैं की है, तो फादर उन्होंने दसते नहीं कि डॉग है, डॉगी है। बट फिर की होता है नैक्सट डे, ठीक है जी, उस इक्विलिब्रेशन की सिचुएशन आ जाती है। हाँ जी, उन्होंने पता चल जाता है डॉग है, ये 4 लत्तां ने तो टेल है, ठीक है जी। वो की इक्विलिब्रेशन की यानी कि संतुलन, इक्विलिब्रेशन की होता है बेसिकली संतुलन की अवस्था, यानी कि बैलेंस की अवस्था, ठीक है जी, बैलेंस आ जाता है। फिर नैक्सट ਉਹਦੇ ਅੱਗੇ न्यू सिचुएशन आती है ਜਦੋਂ ਉਹ ਕਿ ਇੱਕ कैट ਨੂੰ देखता है, उसदियां भी 4 ਲੱਤਾਂ ने एंड ਉਹਦੀ टेल है एंड वो कहता है, ठीक है जी, वो बोलता है कि ये डॉग्स है। बट ਉਹਦੇ फादर कहते हैं ये डॉगी नहीं है, ठीक है जी। जो डॉगी नहीं है बोलते हैं तो उसके अंदर डिसइक्विलिब्रेशन की अवस्था आ जाती है भी ये की हो गया है ना, 4 ਲੱਤਾਂ ने तो एक टेल है, ये डॉग ही हो सकता है। बट जो फादर कहते डॉग नहीं है, वो असंतुलन की स्थिति पैदा हो जाती है। दैन उस तो बाद वो फादर कहते हैं ये कि एक कैट है, ठीक है जी। एंड वो म्याऊ म्याऊ भी कर रही होंगी, फिर उसको पता चल जाता है ये म्याऊ म्याऊ कर रही है, इसका थोड़ा जिहा स्ट्रक्चर डिफरेंट है। एंड ये कि कैट है, और जो डॉग सीगा करता सी, बार्क करता सी, वो कि डॉग है। सो उसने अपनी जी इनफॉर्मेशन है उसमें चेंज किया है, तो वो की चीज़ हो जाती है? एकोमोडेशन हो जाती है, ठीक है जी। जो इनफॉर्मेशन चेंज किया जाता है वो की होंगी? एकोमोडेशन। सो एसिमिलेशन ते एकोमोडेशन दे विच सिंपल जहा मैं थोड़ा डिफरेंस दस देनी जिस नाल तुसीं कन्फ्यूज नहीं होने लगे। एसिमिलेशन बेसिकली की है? इनफॉर्मेशन ऐड करना। एंड एकोमोडेशन की होंगी है? एकोमोडेशन का मतलब है अपनी इनफॉर्मेशन दे विच चेंज करना, उसनों मॉडिफाई करना, वो की होंगी है? एकोमोडेशन, ठीक है जी। एसिमिलेशन की है? न्यू इनफॉर्मेशन ऐड करना एग्जिस्टिंग इनफॉर्मेशन दे विच, दैट उस तो बाद एकोमोडेशन की होंदा है? इनफॉर्मेशन चेंज करना, ठीक है जी। सो ये सीगा इंपॉर्टेंट टर्म्स एसिमिलेशन, इक्विलिब्रेशन, डिसइक्विलिब्रेशन एंड अकोमोडेशन। इन्हों जोड़ा है तुसी याद रखना है। हुण असीं 4 स्टेजिस ऑफ डिवेलपमेंट उन्होंने डिस्कस करांगे 1 बाय 1। सो अपनी फर्स्ट स्टेज जी कि पहली स्टेज है वो है सेंसरी मोटर स्टेज। सेंसरी मोटर जी स्टेज है वो बर्थ तो लैके 2 ईयर्स के विचकार जो समा होंगे उसमें सेंसरी मोटर का स्टेज कहा है प्याजे ने। एंड प्याजे इस दे विच कहते हैं भी जोड़ा बच्चा है वो सेंसिस के थ्रू चीज़ों लर्न करता है, यानी कि सेंसिस ने जोड़े, ठीक है जी, सेंस ऑर्गनस ने आईज, नोज, ईयर्स, स्किन, है ना, इन्होंने सेंसिस का यूज़ करके आले दुआला जोड़ा है उसको सीखता है एंड सेंसिस के थ्रू ही अपनी जोड़ी मोटर एक्टिविटीज़ करता है। और इस स्टेज के ग्रोस मोटर एक्टिविटीज़ जोड़ियाँ कीतियां जांदियां ने। उस तो बाद है कुछ रिफ्लैक्स एक्शनस होंगे ने उसके कोल, जिन्होंने वो अपनी जी गल है दूजे को समझा दिंदा है, क्योंकि उसके लैंगुएज डिवेलपमेंट हले नहीं होया होता, वो बोल नहीं सकता होता। बट जो कुछ रिफ्लैक्स एक्शनस ने लाइक जिमें जो उन्होंने भुख वगैरह लगती है ना, या कोई भी उसको कुछ चाहिए होंगे तो वह क्या रोना स्टार्ट कर देता है, जो खुश होता है तो हसता है ना जी, सो हथ पत्त मारता है। ये सारिया चीज़ां की होंगे रिफ्लैक्स एक्शनस ने एक बच्चे के। दैन उस तो बाद है ऑब्जैक्ट परमानेंस। ऑब्जैक्ट परमानेंस का की मतलब होंगे? ऑब्जैक्ट परमानेंस सपोज तुसी कोई भी चीज़, सपोज मोबाइल फोन है ना, बच्चे तो तुसी लैके किते रखो तो उसको लगेगा कि जो चीज़ मेरे सामने नहीं है वो एग्जिस्ट नहीं करती, शायद मोबाइल फ़ोन है ही नहीं, और रोएगा भी नहीं, है ना, सो जिद भी नहीं करेगा लैन। सो इसका मतलब ऑब्जैक्ट परमानेंस वाले नहीं आया। बट जो सेंसरी मोटर की लास्ट स्टेज होंगी है लाइक जिमें
9 ਮੰਥਸ ਵਗੈਰਾ ਹੋ ਚੁੱਕੇ ਹੁੰਦੇ ਆ ਬੱਚੇ ਨੂੰ, ਹੈ ਨਾ, ਪੈਦਾ ਹੋਏ 1 ਸਾਲ ਹੋ ਚੁੱਕਿਆ ਹੁੰਦਾ ਹੈ। ਸੋ ਉਸ ਸਮੇਂ 'ਤੇ ਉਸਨੂੰ ਆਬਜੈਕਟ ਪਰਮਾਨੈਂਸ ਦਾ ਪਤਾ ਚੱਲ ਜਾਂਦਾ ਹੈ। ਉਸਨੂੰ ਪਤਾ ਚੱਲ ਜਾਂਦਾ ਹੈ ਕਿ ਆਪਾਂ ਕਹਿੰਦੇ ਹਾਂ ਫੋਨ ਨੂੰ ਆਪਾਂ ਉਹਦੇ ਅੱਗੋਂ ਦੀ ਲੁਕੋ ਲਿਆ, ਹੈ ਨਾ, ਬਟ ਉਹਨੂੰ ਪਤਾ ਹੋਏਗਾ ਕਿ ਫੋਨ ਹੈਗਾ ਹਾਲੇ ਵੀ ਇਹਨਾਂ ਨੇ ਲੁਕੋਇਆ ਹੋਇਆ, ਠੀਕ ਹੈ। ਜੋ ਜਿੱਦ ਕਰੇਗਾ ਉਹ ਰੋਣ ਲੱਗ ਜਾਏਗਾ ਉਸ ਚੀਜ਼ ਨੂੰ ਪਾਉਣ ਦੇ ਲਈ। ਸੋ ਉਹ ਕੀ ਹੁੰਦੀ ਆਬਜੈਕਟ ਪਰਮਾਨੈਂਸ। ਸੋ ਸਟਾਰਟਿੰਗ ਸੈਂਸਰੀ ਮੋਟਰ ਦੀ ਸਟਾਰਟਿੰਗ ਸਟੇਜ ਦੇ ਵਿੱਚ ਉਸਨੂੰ ਇਹੀ ਲੱਗੇਗਾ ਵੀ ਜਿਹੜੀ ਚੀਜ਼ ਉਹਨੂੰ ਦਿਖਾਈ ਨਹੀਂ ਦੇ ਰਹੀ ਉਹ ਐਗਜ਼ਿਸਟ ਕਰਦੀ ਹੀ ਨਹੀਂ, ਬਟ ਬਾਅਦ ਦੇ ਵਿੱਚ ਉਹਨੂੰ ਆਬਜੈਕਟ ਪਰਮਾਨੈਂਸ ਉਸਦੇ ਵਿੱਚ ਆ ਜਾਂਦੀ ਹੈ। ਉਸਨੂੰ ਪਤਾ ਚੱਲ ਜਾਂਦਾ ਕਿ ਜਿਹੜੀ ਚੀਜ਼ ਹੈ ਉਹ ਐਗਜ਼ਿਸਟ ਕਰਦੀ ਇਹਨਾਂ ਨੇ ਲੁਕੋਈ ਹੋਈ ਹੈ, ਠੀਕ ਹੈ ਜੀ। ਇਹ ਸੀ ਕਿ ਆਬਜੈਕਟ ਪਰਮਾਨੈਂਸ। ਸੋ ਕੁਐਸਚਨ ਹਮੇਸ਼ਾ ਪੁੱਛਿਆ ਜਾਂਦਾ ਹੈ ਵੀ ਆਬਜੈਕਟ ਪਰਮਾਨੈਂਸ ਕਿਸ ਸਟੇਜ ਦੇ ਵਿੱਚ ਆ ਜਾਂਦਾ ਹੈ, ਤਾਂ ਉਹ ਆਪਣੀ ਰਾਈਟ ਆਪਸ਼ਨ ਹੈ ਸੈਂਸਰੀ ਮੋਟਰ ਸਟੇਜ। ਸੈਂਸਰੀ ਮੋਟਰ ਸਟੇਜ ਦੇ ਵਿੱਚ ਆਬਜੈਕਟ ਪਰਮਾਨੈਂਸ ਜਿਹੜੇ ਹੈਗਾ ਉਹ ਪਤਾ ਚੱਲ ਜਾਂਦਾ ਹੈ। ਇਮੀਟੇਟਿਵ ਬਿਹੇਵੀਅਰ ਕੀ ਹੁੰਦਾ, ਯਾਨੀ ਕਿ ਆਪਣੇ ਜੋ ਆਲਾ ਦੁਆਲਾ ਹੈਗਾ ਉਸਨੂੰ ਦੇਖ ਕੇ ਸਿੱਖਣਾ, ਠੀਕ ਹੈ, ਜੋ ਕਿ ਇਮੀਟੇਟਿਵ ਬਿਹੇਵੀਅਰ ਦਾ ਇੱਕ ਹਿੱਸਾ ਹੈ। ਨੈਕਸਟ ਆਪਣੀ ਸਟੇਜ ਹੈ ਇੰਪੋਰਟੈਂਟ ਸਟੇਜ ਹੈ ਪ੍ਰੀ ਆਪਰੇਸ਼ਨਲ ਸਟੇਜ। ਕਾਫੀ ਸਾਰੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਪਿਆਜੀ ਦੀਆਂ ਬੇਸਿਕਲੀ ਸਾਰੀ ਸਟੇਜਸ ਹੀ ਇੰਪੋਰਟੈਂਟ ਨੇ, ਬਹੁਤ ਇੰਪੋਰਟੈਂਟ ਨੇ। ਉਹਨਾਂ ਦੇ ਵਿੱਚ ਹਰ ਇੱਕ ਪੁਆਇੰਟ ਕਿਤੇ ਨਾ ਕਿਤੇ ਮਾਇਨੇ ਰੱਖਦਾ ਹੈ, ਠੀਕ ਹੈ ਜੀ। ਸੋ ਜਿੰਨੇ ਵੀ ਸਾਰੇ ਪੁਆਇੰਟਸ ਮੈਂ ਸਕਰੀਨ 'ਤੇ ਤੁਸੀਂ ਦੇਖਦੇ ਹੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਤੁਸੀਂ ਇਹਨਾਂ ਨੂੰ ਮਾਇੰਡ ਦੇ ਵਿੱਚ ਰੱਖਣਾ, ਆਪਣੇ ਨੋਟਸ ਵੀ ਰੈਡੀ ਕਰ ਸਕਦੇ ਹੋ। ਐਂਡ ਆਪਣੇ ਕੋਲ ਪ੍ਰੀ ਆਪਰੇਸ਼ਨਲ ਸਟੇਜ ਦਾ ਜਿਹੜਾ ਸਮਾਂ ਹੈ ਉਹ 2 ਤੋਂ ਲੈ ਕੇ 7 ਸਾਲ ਦੇ ਵਿਚਕਾਰ ਹੁੰਦਾ ਹੈ। ਸੋ ਇਸ ਸਟੇਜ ਨੂੰ ਟੋਏ ਏਜ ਵੀ ਕਿਹਾ ਗਿਆ ਹੈ, ਕਿਉਂਕਿ ਇਸ ਸਟੇਜ ਦੇ ਵਿੱਚ ਜਿਹੜਾ ਬੱਚਾ ਹੈ ਖਿਡੌਣੇ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ, ਇਸ ਕਰਕੇ ਇਸ ਨੂੰ ਟੋਏ ਏਜ ਵੀ ਕਿਹਾ ਜਾਂਦਾ ਹੈ। ਔਰ ਪ੍ਰੀ ਚਾਈਲਡਹੁੱਡ ਦੀ ਸਟੇਜ ਵੀ ਇਸ ਸਟੇਜ ਨੂੰ ਕਿਹਾ ਜਾਂਦਾ ਹੈ, ਇਸ ਦਾ ਦੂਸਰਾ ਨਾਮ ਤੁਸੀਂ ਕਹਿ ਸਕਦੇ ਹੋ। ਐਂਡ ਇਸ ਦੇ ਵਿੱਚ ਜਿਹੜਾ ਬੱਚਾ ਇਲੌਜੀਕਲ ਰੀਜ਼ਨਿੰਗ ਕਰਦਾ ਹੈ ਨਾ ਜੀ, ਯਾਨੀ ਕਿ ਉਸਦੇ ਵਿੱਚ ਹਾਲੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੌਜੀਕਲੀ ਨਹੀਂ ਸੋਚਦਾ, ਉਸਦੇ ਵਿੱਚ ਹਾਲੇ ਕੋਈ ਲੌਜਿਕ ਦੀ ਜਿਹੜੀ ਐਬਿਲਿਟੀ ਹੈ ਉਹ ਹਲੇ ਡਿਵੈਲਪ ਨਹੀਂ ਹੋਈ ਹੁੰਦੀ। ਦੈਨ ਉਸ ਤੋਂ ਬਾਅਦ ਹੈ ਈਗੋਸੈਂਟਰਿਕ। ਬੱਚੇ ਨੂੰ ਈਗੋਸੈਂਟਰਿਕ ਟਰਮ ਕਾਫੀ ਇੰਪੋਰਟੈਂਟ ਟਰਮ ਹੈ, ਕਾਫੀ ਕੁਐਸਚਨਸ ਦੇ ਨਾਲ ਰਿਲੇਟਡ ਪੁੱਛੇ ਜਾਂਦੇ ਨੇ, ਔਰ ਪੁੱਛਿਆ ਵੀ ਜਾਂਦਾ ਈਗੋਸੈਂਟਰਿਕ ਦੀ ਜਿਹੜੀ ਸਟੇਜ ਆ ਉਹ ਕਿਹੜੀ ਸਟੇਜ ਹੁੰਦੀ ਹੈ, ਤਾਂ ਉਹ ਹੈ ਪ੍ਰੀ ਆਪਰੇਸ਼ਨਲ ਸਟੇਜ, ਠੀਕ ਹੈ ਜੀ। ਹੁਣੇ 2021 ਦੇ ਵਿੱਚ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਵੀ ਜਿਹੜੀ ਹੋਮੇ ਕੇਂਦਰਿਤ ਯਾਨੀ ਕਿ ਜਿਹੜੀ ਈਗੋਸੈਂਟਰਿਕ ਦੀ ਸਟੇਜ ਹੈ, ਈਗੋਸੈਂਟਰਿਜ਼ਮ ਕਿਹੜੀ ਸਟੇਜ ਦੇ ਵਿੱਚ ਹੁੰਦਾ ਹੈ। ਸੋ ਰਾਈਟ ਆਪਸ਼ਨ ਹੈ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਹੁੰਦਾ ਹੈ, ਠੀਕ ਹੈ ਜੀ। ਈਗੋਸੈਂਟਰਿਕ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹੁੰਦਾ ਹੈ। ਈਗੋਸੈਂਟਰਿਕ ਹੁੰਦਾ ਜਦੋਂ ਬੱਚਾ ਸੋਚਦਾ ਹੈ ਵੀ ਜੋ ਵੀ ਆਲੇ ਦੁਆਲੇ ਹੋ ਰਿਹਾ ਸਿਰਫ ਉਹਦੇ ਲਈ ਹੋ ਰਿਹਾ, ਆਪਣੇ ਆਪ ਨੂੰ ਕੇਂਦਰਿਤ ਕਰਕੇ ਰੱਖਦਾ ਬੱਚਾ ਵੀ ਜੋ ਆਲੇ ਦੁਆਲੇ ਹੋ ਰਿਹਾ ਸਾਰੇ ਉਸ ਨੂੰ ਹੀ ਦੇਖ ਰਹੇ ਨੇ, ਸਾਰੇ ਉਸ ਨੂੰ ਹੀ ਓਬਜ਼ਰਵ ਕਰ ਰਹੇ ਨੇ, ਠੀਕ ਹੈ ਜੀ। ਸਿਰਫ ਆਪਣਾ ਪ੍ਰਸਪੈਕਟਿਵ ਸਮਝਦਾ, ਦੂਜਿਆਂ ਦੇ ਪ੍ਰਸਪੈਕਟਿਵ ਨੂੰ ਉਹ ਸਮਝ ਨਹੀਂ ਪਾਉਂਦਾ, ਠੀਕ ਹੈ ਜੀ। ਸੋ ਇਹ ਇਸ ਨੂੰ ਕੀ ਕਿਹਾ ਜਾਂਦਾ ਈਗੋਸੈਂਟਰਿਜ਼ਮ। ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਨੀਮਿਜ਼ਮ। ਐਨੀਮਿਜ਼ਮ ਕੀ ਹੁੰਦਾ, ਐਨੀਮਿਜ਼ਮ ਹੁੰਦਾ ਜੀਵਾਤਮਾਤ, ਹੈ ਨਾ, ਯਾਨੀ ਕਿ ਬੱਚੇ ਨੂੰ ਲੱਗਦਾ ਹੈ ਵੀ ਕੋਈ ਵੀ ਨੋਨ ਲਿਵਿੰਗ ਥਿੰਗ ਹੈ ਤਾਂ ਉਹ ਵੀ ਜਿਹੜੀ ਹੈਗੀ ਹੈ ਸਾਹ ਲੈ ਸਕਦੀ ਹੈ, ਉਸਨੂੰ ਵੀ ਪੇਨ ਹੁੰਦਾ ਹੈ। ਜਿਵੇਂ ਮੈਂ ਖੁਸ਼ ਹੁੰਦਾ ਮੈਨੂੰ ਦੁੱਖ ਹੁੰਦਾ, ਮੈਨੂੰ ਭੁੱਖ ਲੱਗਦੀ ਹੈ, ਉਸੇ ਤਰੀਕੇ ਦੇ ਨਾਲ ਕੋਈ ਵੀ ਨਿਰਜੀਵ ਵਸਤੂ ਹੈ ਉਸਨੂੰ ਵੀ ਸੇਮ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਉਸਨੂੰ ਦਰਦ ਮਹਿਸੂਸ ਹੁੰਦੀ ਹੈ। ਸੋ ਐਨੀਮਿਜ਼ਮ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਬੱਚਾ ਨੋਨ ਲਿਵਿੰਗ ਥਿੰਗਸ ਦੇ ਵਿੱਚ ਵੀ ਇੱਕ ਜੀਵਨ ਨੂੰ ਦੇਖਦਾ ਹੈ, ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਹੈ ਇਰਰਿਵਰਸੀਬਿਲਿਟੀ, ਚੀਜ਼ਾਂ ਨੂੰ ਰਿਵਰਸ ਨਹੀਂ ਕਰ ਪਾਉਂਦਾ। ਜਿਵੇਂ ਕਿ ਆਪਾਂ ਦੇਖਦੇ ਜਿਵੇਂ 5 × 2 10 ਹੁੰਦਾ ਹੈ, ਬਟ ਉਹ ਰਿਵਰਸ 2 × 5 10 ਹੁੰਦਾ ਤਾਂ 5 × 2 ਨੂੰ ਰਿਵਰਸ ਨਹੀਂ ਕਰ ਪਾਏਗਾ। ਸੋ ਇਹ ਹੁੰਦੀ ਇਰਰਿਵਰਸੀਬਿਲਿਟੀ, ਠੀਕ ਹੈ ਜੀ। ਇਰਰਿਵਰਸੀਬਿਲਿਟੀ ਵੀ ਇਸ ਸਟੇਜ ਦੇ ਵਿੱਚ ਹੁੰਦੀ ਹੈ। ਦੈਨ ਉਸ ਤੋਂ ਬਾਅਦ ਹੈ ਸੈਂਟਰੇਸ਼ਨ। ਸੈਂਟਰੇਸ਼ਨ ਬੇਸਿਕਲੀ ਹੁੰਦੀ ਹੈ ਜੋ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਕਿ ਕੋਈ ਵੀ ਸਿਚੁਏਸ਼ਨ ਹੈ ਉਸਦਾ ਸਿਰਫ ਇੱਕ ਆਸਪੈਕਟ ਹੀ ਦੇਖ ਪਾਉਂਦਾ ਹੈ, ਉਸਦੇ ਡਿਫਰੈਂਟ ਆਸਪੈਕਟਸ ਨੂੰ ਨਹੀਂ ਦੇਖ ਪਾਉਂਦਾ। ਇਹ ਕੀ ਹੈ ਸੈਂਟਰੇਸ਼ਨ। ਸੋ ਇਸੇ ਕੇ ਇੰਪੋਰਟੈਂਟ ਪੁਆਇੰਟਸ ਪ੍ਰੀ ਆਪਰੇਸ਼ਨਲ ਸਟੇਜ ਦੇ ਕਾਫੀ ਇੰਪੋਰਟੈਂਟ ਸਟੇਜ ਹੈ। ਤੁਸੀਂ ਜਿਹੜੇ ਮੇਨ ਪੁਆਇੰਟਸ ਇਹਨਾਂ ਨੂੰ ਯਾਦ ਰੱਖਣਾ ਹੈ। ਇਲੌਜੀਕਲ ਰੀਜ਼ਨਿੰਗ, ਈਗੋਸੈਂਟਰਿਕ, ਐਨੀਮਿਜ਼ਮ, ਟॉय ਏਜ, ਪ੍ਰੀ ਚਾਈਲਡਹੁੱਡ ਸਟੇਜ ਐਂਡ ਇਰਰਿਵਰਸੀਬਿਲਿਟੀ ਆਫ ਥਾਟਸ ਐਂਡ ਸੈਂਟਰੇਸ਼ਨ, ਠੀਕ ਹੈ ਜੀ। ਨੈਕਸਟ ਇੰਪੋਰਟੈਂਟ ਸਟੇਜ ਹੈ ਕੰਕਰੀਟ ਆਪਰੇਸ਼ਨਲ ਸਟੇਜ। ਇਹ ਸਟੇਜ ਦੇ ਵਿੱਚ ਜਿਹੜੀ ਹੈ 7 ਤੋਂ 11 ਸਾਲ ਦੇ ਬੱਚਿਆਂ ਦੇ ਵਿੱਚ ਹੁੰਦੀ ਹੈ ਕੰਕਰੀਟ ਆਪਰੇਸ਼ਨਲ ਸਟੇਜ। ਇਸ ਦੇ ਵਿੱਚ ਜਿਹੜਾ ਬੱਚਾ ਹੈ ਕੰਕਰੀਟ ਕੀ ਹੁੰਦਾ, ਕੰਕਰੀਟ ਮਤਲਬ ਕਿ ਜਿਹੜੀਆਂ ਵਸਤੂਆਂ ਉਸਨੂੰ ਦੇਖ ਸਕਦਾ ਹੈ, ਸਮਝ ਸਕਦਾ ਹੈ, ਮਹਿਸੂਸ ਕਰ ਸਕਦਾ ਹੈ, ਟੱਚ ਕਰ ਸਕਦਾ ਹੈ। ਸੋ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਜ਼ਿਆਦਾ ਸਿੱਖਦਾ ਹੈ। ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਕਿਹਾ ਜਾਂਦਾ ਹੈ ਵੀ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਵੇਂ ਜਿਹੜਾ ਹੈਗਾ ਇਹ ਚੀਜ਼ਾਂ ਦਿਖਾ ਕੇ ਉਸਨੂੰ ਸਿਖਾਇਆ ਜਾਵੇ।
ਸਪੋਜ਼ ਜਿਵੇਂ ਆਪਾਂ ਨੇ ਐਡੀਸ਼ਨ ਸਿਖਾਉਣੀ ਹੈ ਤਾਂ ਪੈਨਸਿਲਸ ਇਕੱਠੀਆਂ ਕਰ ਲਈ 4 ਹੈ ਨਾ। ਪਹਿਲੇ ਟੂ ਪੈਨਸਿਲਸ ਇੱਕ ਪਾਸੇ ਰੱਖ ਦਿਓ, ਦੈਨ ਉਸ ਤੋਂ ਬਾਅਦ 3 ਪੈਨਸਿਲਸ ਇੱਕ ਪਾਸੇ ਰੱਖ ਦਿਓ, ਫਿਰ ਇਹਨਾਂ ਨੂੰ ਇਕੱਠਿਆਂ ਗਿਣੋ, ਠੀਕ ਹੈ ਜੀ, ਕਿੰਨੀਆਂ ਬਣਦੀਆਂ ਨੇ 5। ਤਾਂ ਬੱਚੇ ਨੂੰ ਦੱਸਿਆ ਜਾਏਗਾ 2 + 3 ਕਿੰਨਾ ਹੁੰਦਾ 5 ਹੁੰਦਾ ਹੈ, ਠੀਕ ਹੈ ਜੀ। ਯਾਨੀ ਕਿ ਕੰਕਰੀਟ ਓਬਜੈਕਟਸ ਦਾ ਯੂਜ਼ ਕਰਕੇ ਵਸਤੂਆਂ ਜਿਨ੍ਹਾਂ ਨੂੰ ਜਿਹੜਾ ਬੱਚਾ ਦੇਖ ਸਕਦਾ ਹੈ, ਟੱਚ ਕਰ ਸਕਦਾ ਹੈ, ਉਹਨਾਂ ਚੀਜ਼ਾਂ ਦੇ ਨਾਲ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਸਿਖਾਇਆ ਜਾਵੇ। ਐਂਡ ਇਸ ਦੇ ਵਿੱਚ ਇੰਪੋਰਟੈਂਟ ਪੁਆਇੰਟ ਆ ਜਾਂਦਾ ਰਿਵਰਸੀਬਿਲਿਟੀ ਸਟੇਜ, ਠੀਕ ਹੈ ਜੀ, ਜਿਹੜੀ ਰਿਵਰਸ ਕਰ ਸਕਦਾ ਹੈ, ਠੀਕ ਹੈ ਜੀ। 2 + 3 5 ਹੈ, 3 + 2 5 ਹੋ ਜਾਏਗਾ। ਇਸ ਤਰੀਕੇ ਦੇ ਨਾਲ ਜਿਹੜਾ ਰਿਵਰਸ ਕਰਨਾ ਸ਼ੁਰੂ ਕਰ ਦਿੰਦਾ, ਥੋਟਸ ਨੂੰ ਰਿਵਰਸ ਕਰਨਾ ਸ਼ੁਰੂ ਕਰ ਦਿੰਦਾ। ਦੈਨ ਉਸ ਤੋਂ ਬਾਅਦ ਆਉਂਦਾ ਲੌਜੀਕਲ ਥੋਟਸ, ਚੀਜ਼ਾਂ ਨੂੰ ਜਿਹੜਾ ਲੌਜੀਕਲੀ ਦੇਖਣਾ ਸ਼ੁਰੂ ਕਰ ਦਿੰਦਾ, ਠੀਕ ਹੈ ਜੀ। ਪ੍ਰੀ ਓਪਰੇਸ਼ਨ ਸਟੇਜ ਦੇ ਵਿੱਚ ਇਲੌਜੀਕਲ ਹੁੰਦਾ ਹੈ, ਲੌਜਿਕ ਦੀ ਜਿਹੜੀ ਐਬਿਲਿਟੀ ਡਿਵੈਲਪ ਨਹੀਂ ਹੋ ਜਾਂਦੀ, ਬਟ ਕੰਕਰੀਟ ਓਪਰੇਸ਼ਨ ਸਟੇਜ ਦੇ ਵਿੱਚ ਲੌਜਿਕ ਜਿਹੜਾ ਬੱਚੇ ਦੇ ਵਿੱਚ ਆ ਜਾਂਦਾ ਹੈ। ਇਸ ਨੂੰ ਪ੍ਰੀ ਗੈਂਗੇਜ ਵੀ ਕਿਹਾ ਜਾਂਦਾ ਹੈ ਜਾਂ ਫਿਰ ਔਰ ਲੇਟਰ ਚਾਈਲਡਹੁੱਡ ਸਟੇਜ ਵੀ ਕਿਹਾ ਜਾਂਦਾ ਹੈ। ਦੈਨ ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ, ਕਲਾਸੀਫਾਈ ਕਰਨਾ ਸ਼ੁਰੂ ਕਰ ਦਿੰਦਾ, ਠੀਕ ਹੈ ਜੀ। ਜਿਵੇਂ ਸ਼ੇਪਸ, ਵੋਲੀਅਮ, ਏਰੀਆ, ਇਹਨਾਂ ਸਾਰੀਆਂ ਚੀਜ਼ਾਂ ਦੀ ਕਲਾਸੀਫਿਕੇਸ਼ਨ ਆ ਜਾਂਦੀ ਹੈ, ਉਸ ਨੂੰ ਵਰਗੀਕਰਨ ਜਿਹੜਾ ਹੈਗਾ ਉਸ ਦੀ ਐਬਿਲਿਟੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਫਰੂਟਸ ਅਲੱਗ ਨੇ, ਵੈਜੀਟੇਬਲਸ ਅਲੱਗ ਨੇ, ਠੀਕ ਹੈ ਜੀ, ਸੀਰੀਅਲਸ ਅਲੱਗ ਨੇ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਕਲਾਸੀਫਾਈ ਕਰਨਾ ਸ਼ੁਰੂ ਕਰ ਦਿੰਦਾ ਹੈ। ਦੈਨ ਉਸ ਤੋਂ ਬਾਅਦ ਹੈ ਕੰਜ਼ਰਵੇਸ਼ਨ ਦੀ ਸਟੇਜ ਹੁੰਦੀ ਹੈ, ਕੰਜ਼ਰਵੇਸ਼ਨ ਆ ਜਾਂਦਾ ਹੈ ਇਸ ਦੇ ਵਿੱਚ। ਸਪੋਜ਼ ਉਹਨੂੰ ਪਤਾ ਚੱਲ ਜਾਏਗਾ ਵੀ ਇਹ ਬਰਤਨ ਹੈ ਔਰ ਇਹ ਬਰਤਨ ਹੈ, ਠੀਕ ਹੈ ਜੀ, ਇਹਨਾਂ ਦੇ ਵਿੱਚ ਇਕੁਅਲ ਅਮਾਊਂਟ ਆਫ ਵਾਟਰ ਆਉਂਦਾ ਹੈ, ਠੀਕ ਹੈ ਜੀ। ਬਟ ਜਦੋਂ ਤੁਸੀਂ ਪ੍ਰੀ ਓਪਰੇਸ਼ਨ ਸਟੇਜ ਵਾਲੇ ਬੱਚੇ ਨੂੰ ਪੁੱਛੋਗੇ ਵੀ ਕਿਸ ਦੇ ਵਿੱਚ ਜ਼ਿਆਦਾ ਕੁਆਂਟਿਟੀ ਦੇ ਵਿੱਚ ਵਾਟਰ ਹੈ ਤਾਂ ਉਹ ਕਹਿਣਗੇ ਇਸ ਦੇ ਵਿੱਚ ਜ਼ਿਆਦਾ ਹੈ ਨਾ। ਬਟ ਜਿਹੜਾ ਕੰਕਰੀਟ ਓਪਰੇਸ਼ਨ ਸਟੇਜ ਦੇ ਵਿੱਚ ਬੱਚਾ ਆਏਗਾ ਉਹ ਕਹੇਗਾ ਦੋਨਾਂ ਦੇ ਵਿੱਚ ਇਕੁਅਲ ਕੁਆਂਟਿਟੀ ਹੈ, ਠੀਕ ਹੈ ਜੀ। ਸੋ ਇਹ ਕੰਜ਼ਰਵੇਸ਼ਨ ਉਸ ਬੱਚੇ ਦੇ ਵਿੱਚ ਆ ਜਾਂਦੀ ਹੈ। ਦੈਨ ਉਸ ਤੋਂ ਬਾਅਦ ਸੀਰੀਏਸ਼ਨ ਕੀ ਹੁੰਦਾ ਹੈ, ਬੇਸਿਕਲੀ ਵੱਧਦੇ ਕਰਮ ਦੇ ਵਿੱਚ ਲਗਾਉਣਾ, ਘਟਦੇ ਕਰਮ 'ਚ ਲਗਾਉਣਾ, ਇਹ ਚੀਜ਼ ਉਸ ਦੇ ਵਿੱਚ ਡਿਵੈਲਪ ਹੋ ਜਾਂਦੀ ਹੈ। ਦੈਨ ਉਸ ਤੋਂ ਬਾਅਦ ਟ੍ਰਾਂਸਿਟਿਵਿਟੀ ਹੈ ਨਾ। ਟ੍ਰਾਂਸਿਟਿਵਿਟੀ ਬੇਸਿਕਲੀ ਕੀ ਹੁੰਦਾ ਟ੍ਰਾਂਸਿਟਿਵਿਟੀ ਦੇ ਸਪੋਜ਼ ਜਿਵੇਂ ਰਾਮ ਸ਼ਾਮ ਤੋਂ ਛੋਟਾ ਹੈ ਐਂਡ ਸ਼ਾਮ ਮੋਹਨ ਤੋਂ ਛੋਟਾ ਹੈ ਐਂਡ ਮੋਹਨ ਰਾਮ ਤੋਂ ਵੱਡਾ ਹੈ। ਇਸ ਤਰੀਕੇ ਦੇ ਨਾਲ ਜਿਹੜੀ ਇਹ ਕੌਣ ਸਭ ਤੋਂ ਵੱਡਾ ਹੋਇਆ, ਕੌਣ ਸਭ ਤੋਂ ਛੋਟਾ ਹੋਇਆ, ਇਹ ਜਿਹੜੀ ਚੀਜ਼ ਹੈ ਟ੍ਰਾਂਸਿਟਿਵਿਟੀ ਹੈ। ਇਹ ਅਗਰ ਤੁਸੀਂ ਬੱਚੇ ਨੂੰ ਡਰੋ ਕਰਕੇ ਦੱਸੋਗੇ ਲਾਈਕ ਇਹ ਰਾਮ ਹੈ ਨਾ ਔਰ ਇਹ ਸ਼ਾਮ ਹੈ, ਮੋਹਨ ਹੈ, ਇਸ ਤਰੀਕੇ ਨਾਲ ਕੌਣ ਵੱਡਾ ਹੋਇਆ, ਮੋਹਨ ਵੱਡਾ ਹੋਇਆ। ਸੋ ਇਹ ਟ੍ਰਾਂਸਿਟਿਵਿਟੀ ਅਗਰ ਤੁਸੀਂ ਉਹਨੂੰ ਡਰੋ ਕਰਕੇ ਦੱਸੋਗੇ ਤਾਂ ਈਜ਼ੀਲੀ ਦੱਸ ਦੇਗਾ, ਖੁਦ ਡਰੋ ਕਰਕੇ ਦੱਸ ਦੇਗਾ ਕੌਣ ਸਭ ਤੋਂ ਵੱਡਾ, ਕੌਣ ਸਭ ਤੋਂ ਛੋਟਾ ਹੈ। ਲੇਕਿਨ ਅਗਰ ਤੁਸੀਂ ਉਹਨੂੰ ਮਾਈਂਡ ਦੇ ਵਿੱਚ ਸੋਚਣ ਲਈ ਕਹੋਗੇ ਤਾਂ ਉਹ ਇਨਐਬਿਲਿਟੀ ਹੋਏਗਾ, ਨਹੀਂ ਕਰ ਪਾਏਗਾ, ਠੀਕ ਹੈ ਜੀ। ਸੋ ਕੰਕਰੀਟ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਉਹ ਜ਼ਿਆਦਾ ਲਰਨ ਕਰਦਾ ਹੈ। ਦੈਨ ਉਸ ਤੋਂ ਬਾਅਦ ਹੈ ਇਹ ਇੰਪੋਰਟੈਂਟ ਪੁਆਇੰਟਸ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਰਿਵਰਸੀਬਿਲਿਟੀ, ਲੌਜੀਕਲ ਥੋਟ, ਪ੍ਰੀ ਗੈਂਗੇਜ, ਕਲਾਸੀਫਿਕੇਸ਼ਨ, ਕੰਜ਼ਰਵੇਸ਼ਨ, ਸੀਰੀਏਸ਼ਨ, ਟ੍ਰਾਂਸਿਟਿਵਿਟੀ, ਇਹ ਇੰਪੋਰਟੈਂਟ ਟਰਮਸ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਇੰਪੋਰਟੈਂਟ ਨੇ। ਇਹ ਸਾਰੀਆਂ ਟਰਮਸ ਜਿਹੜੇ ਨੇ ਪੇਪਰ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ ਨੇ MCQs ਦੇ ਵਿੱਚ। ਜਦੋਂ ਆਪਾਂ MCQs ਕਰਾਂਗੇ ਦੈਨ ਤੁਹਾਨੂੰ ਸਾਰਾ ਜਿਹੜਾ ਹੈਗਾ ਗੱਲ ਕਲੀਅਰ ਹੋ ਜਾਏਗੀ ਕਿਸ ਤਰੀਕੇ ਦੇ ਨਾਲ ਕੁਐਸਚਨ ਜਿਹੜੇ ਨੇ ਪੁੱਛੇ ਜਾਂਦੇ ਨੇ। ਦੈਨ ਉਸ ਦੇ ਵਿੱਚ ਆਪਣੇ ਕੋਲ ਲਾਸਟ ਸਟੇਜ ਹੈ ਫਾਰਮਲ ਆਪਰੇਸ਼ਨਲ ਸਟੇਜ। ਇਹ ਜਿਹੜੀ ਸਟੇਜ ਹੈਗੀ ਹੈ ਅਡੋਲਸੈਂਸ ਤੋਂ ਲੈ ਕੇ ਅਡਲਟਹੁੱਡ ਤੱਕ ਦੀ ਸਟੇਜ ਹੈ। ਅਡੋਲਸੈਂਸ ਤੋਂ ਲੈ ਕੇ ਅਡਲਟਹੁੱਡ ਤੱਕ ਦੀ ਸਟੇਜ ਹੈ ਫਾਰਮਲ ਆਪਰੇਸ਼ਨਲ ਸਟੇਜ। ਲਰਨ ਅਬਸਟਰੈਕਟ ਥਿੰਕਿੰਗ, ਯਾਨੀ ਕਿ ਜਿਹੜੀਆਂ ਚੀਜ਼ਾਂ ਨੇ ਉਹਨੂੰ ਐਬਸਟਰੈਕਟ ਤਰੀਕੇ ਦੇ ਨਾਲ ਸਮਝਣਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ ਜੀ। ਐਬਸਟਰੈਕਟ ਤਰੀਕੇ ਦੇ ਨਾਲ ਜਿਵੇਂ ਕਿ ਆਈਡੀਆਜ਼ ਨੂੰ ਸੋਚਣਾ ਸ਼ੁਰੂ ਕਰ, ਅਮੂਰਤ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਚੀਜ਼ਾਂ, ਉਹ ਗੱਲਾਂ ਜਿਹੜੀਆਂ ਕਿ ਆਪਾਂ ਜਿਹਨਾਂ ਨੂੰ ਟੱਚ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ ਹੈ ਨਾ, ਮਹਿਸੂਸ ਕਰ ਸਕਦੇ ਹਾਂ, ਉਹ ਜਿਹੜੀਆਂ ਚੀਜ਼ਾਂ ਨੇ ਉਹ ਐਬਸਟਰੈਕਟ ਨੇ। ਜਿਵੇਂ 2D ਫਿਗਰ ਹੈ ਨਾ, ਸੋ ਇਹ ਵੀ ਜਦੋਂ ਆਪਾਂ ਦੇਖ ਤਾਂ ਸਕਦੇ ਹਾਂ ਬਟ ਐਬਸਟਰੈਕਟ ਕੀ ਹੋਊਗਾ, ਜਿਹੜੇ ਆਈਡੀਆਜ਼ ਨੇ, ਠੀਕ ਹੈ ਜੀ, ਜਿਹੜੇ ਆਈਡੀਆਜ਼ ਨੇ, ਥੋਟਸ ਨੇ, ਇਹ ਸਾਰੀਆਂ ਚੀਜ਼ਾਂ ਐਬਸਟਰੈਕਟ ਥਿੰਕਿੰਗ ਉਸ ਦੇ ਵਿੱਚ ਆ ਜਾਂਦੀ ਹੈ। ਐਂਡ ਡਿਡਕਟਿਵ ਰੀਜ਼ਨਿੰਗ ਆ ਜਾਂਦੀ ਹੈ, ਯਾਨੀ ਕਿ ਕੋਈ ਵੀ ਸਿਚੁਏਸ਼ਨ ਹੈ, ਕੋਈ ਵੀ ਚੀਜ਼ ਆ, ਉਹਨੂੰ ਉਹਦੇ ਅਲੱਗ-ਅਲੱਗ ਜਿਹੜੇ ਆਸਪੈਕਟਸ ਨੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਉਸ ਦੇ ਵਿੱਚ ਡਿਡਕਟਿਵ ਰੀਜ਼ਨਿੰਗ ਆ ਜਾਂਦੀ ਹੈ, ਇੱਕ ਸਿਚੁਏਸ਼ਨ ਦੇ ਅਲੱਗ-ਅਲੱਗ ਐਸਪੈਕਟਸ ਨੂੰ ਦੇਖਣਾ ਜਿਹੜੇ ਸਟਾਰਟ ਕਰ ਦਿੰਦਾ ਹੈ। ਹਾਈਪੋਥੈਟਿਕਲ ਡਿਡਕਟਿਵ ਰੀਜ਼ਨਿੰਗ ਆ ਜਾਂਦੀ ਹੈ, ਯਾਨੀ ਕਿ ਅਲੱਗ-ਅਲੱਗ ਚੀਜ਼ਾਂ ਬਾਰੇ ਪਰਿਕਲਪਨਾਵਾਂ ਸ਼ੁਰੂ ਕਰ ਦਿੰਦਾ, ਪਰਿਕਲਪਨਾਵਾਂ ਕਰਨੀਆਂ ਜਿਹੜੀਆਂ ਹੈਗੀਆਂ ਸ਼ੁਰੂ ਕਰ ਦਿੰਦਾ। ਪਰਿਕਲਪਨਾਵਾਂ ਹੁੰਦੇ ਨਾ ਬੇਸਿਕਲੀ ਪ੍ਰੋਬੇਬਿਲਿਟੀ ਹੈ ਨਾ ਕੀ ਹੋ ਸਕਦੀ ਹੈ, ਸੋ ਜਿਹੜੀ ਚੀਜ਼ ਆ ਉਹ ਇਸ ਦੇ ਵਿੱਚ ਆ ਜਾਂਦੀ ਹੈ। ਸੇ ਵੀ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਸਟੇਜ ਹੈ ਫਾਰਮਲ ਆਪਰੇਸ਼ਨਲ ਸਟੇਜ। ਐਡੋਲਸੈਂਸ ਤੋਂ ਲੈ ਕੇ ਅਡਲਟਹੁੱਡ ਤੱਕ ਦੀ ਸਟੇਜ ਹੁੰਦੀ ਹੈ।
ਸੋ ਪਿਆਜੇ ਦੀ 4 ਸਟੇਜਸ ਹੀ ਇੰਪੋਰਟੈਂਟ ਨੇ। ਇਸ ਦੇ ਵਿੱਚ ਕੱਲਾ ਇਸ ਵੀਡੀਓ ਦੇ ਵਿੱਚ ਕੱਲਾ ਡਿਸਕਸ ਕੀਤਾ ਕਿ ਜਿਹੜੀ ਟਰਮ ਹੈ, ਪੁਆਇੰਟਸ ਨੇ, ਉਹ ਇੰਪੋਰਟੈਂਟ ਨੇ। ਠੀਕ ਹੈ ਜੀ। ਸੋ ਇਸ ਦੇ ਵਿੱਚ ਐਜੂਕੇਸ਼ਨਲ ਇੰਪਲੀਕੇਸ਼ਨ ਕੀ ਹੈ, ਇਸ ਨੂੰ ਸਮਝ ਲੈਣੇ ਐਜ਼ ਅ ਟੀਚਰ ਤੁਸੀਂ ਇਸ ਨੂੰ ਕਿਵੇਂ ਕਲਾਸਰੂਮ ਦੇ ਵਿੱਚ ਅਪਲਾਈ ਕਰ ਸਕਦੇ ਹੋ। ਸੋ ਜੇ ਤੁਹਾਨੂੰ ਇਸ ਦੇ ਰਾਹੀਂ ਸਮਝਣਾ ਇੰਪੋਰਟੈਂਟ ਹੈ ਕਿ ਜਿਹੜਾ ਬੱਚਾ ਹੈ ਉਹ ਇੱਕ ਲਿਟਲ ਸਾਇੰਟਿਸਟ ਹੈ। ਪਿਆਜੇ ਨੇ ਕੀ ਕਿਹਾ, ਜਿਹੜਾ ਬੱਚਾ ਉਹ ਲਿਟਲ ਸਾਇੰਟਿਸਟ ਹੈ, ਉਹ ਕਾਫੀ ਕੁਛ ਜਿਹੜਾ ਆਪਣੇ ਆਲੇ ਦੁਆਲੇ ਤੋਂ ਖੁਦ ਹੀ ਸਿੱਖਦਾ ਰਹਿੰਦਾ ਹੈ। ਠੀਕ ਹੈ ਜੀ। ਸੋ ਡਿਸਕਵਰ ਕਰਦਾ ਰਹਿੰਦਾ। ਡਿਸਕਵਰੀ ਲਰਨਿੰਗ ਤੁਸੀਂ ਕਰਵਾ ਸਕਦੇ ਹੋ ਬੱਚੇ ਨੂੰ ਕਲਾਸਰੂਮ ਦੇ ਵਿੱਚ, ਕਿ ਡਿਸਕਵਰੀ ਲਰਨਿੰਗ ਕਰਾਉਣੀ ਹੈ। ਬੱਚਾ ਜਿਹੜਾ ਖੁਦ ਸਿੱਖੇ, ਖੁਦ ਚੀਜ਼ਾਂ ਨੂੰ ਐਕਸਪਲੋਰ ਕਰੇ। ਟੀਚਰ ਨੇ ਇੱਕ ਐਜ਼ ਅ ਫੈਸੀਲੀਟੇਟਰ ਦੀ ਤਰ੍ਹਾਂ ਕੰਮ ਕਰਨਾ ਹੈ, ਉਸਨੂੰ ਇੱਕ ਗਾਈਡ ਕਰਨਾ ਹੈ। ਠੀਕ ਹੈ ਜੀ। ਇਹ ਨਹੀਂ ਹੈਗਾ ਰੱਟਾ ਪ੍ਰਵਿਰਤੀ, ਰੋਡ ਲਰਨਿੰਗ ਨਹੀਂ ਕਰਵਾਉਣੀ, ਬਸ ਬੱਚੇ ਨੂੰ ਕੀ ਹੈ ਗਾਈਡ ਕਰਨਾ ਹੈ। ਸੈਲਫ ਇਨੀਸ਼ੀਏਟਡ ਲਰਨਿੰਗ ਯਾਨੀ ਕਿ ਜਿਹੜਾ ਬੱਚਾ ਹੈ ਖੁਦ ਸਿੱਖੇ ਆਪਣੇ ਆਲੇ ਦੁਆਲੇ ਤੋਂ, ਆਪਣੀਆਂ ਚੀਜ਼ਾਂ ਤੋਂ। ਠੀਕ ਹੈ ਜੀ। ਔਰ ਟੀਚਰ ਕੀ ਇੱਕ ਫੈਸੀਲੀਟੇਟਰ ਹੋਵੇ, ਇਸ ਦੀ ਹੈਲਪ ਕਰੇ। ਚਿਲਡਰਨ ਐਕਟਿਵਲੀ ਐਕਸਪਲੋਰ ਐਂਡ ਕੰਸਟਰਕਟ ਦੇਅਰ ਓਨ ਨੌਲੇਜ, ਆਪਣਾ ਜਿਹੜਾ ਗਿਆਨ ਹੈ ਉਸਨੂੰ ਖੁਦ ਹੀ ਕੰਸਟਰਕਟ ਕਰੇ। ਠੀਕ ਹੈ ਜੀ। ਇਹ ਸੀਗਾ ਐਜੂਕੇਸ਼ਨਲ ਇੰਪਲੀਕੇਸ਼ਨ। ਸੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੈ ਐਂਡ ਤੁਹਾਡੇ ਡਾਊਟਸ ਨੇ ਕਾਫੀ ਕਲੀਅਰ ਵੀ ਹੋਏ ਹੋਣਗੇ। ਐਂਡ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ। ਐਂਡ ਲਾਈਕ ਕਰੋਗੇ ਤਾਂ ਮੈਨੂੰ ਪਤਾ ਚੱਲ ਜਾਏਗਾ ਹਾਂਜੀ ਵੀ ਤੁਹਾਨੂੰ ਵਾਕਈ ਹੀ ਇਸ ਵੀਡੀਓ ਤੋਂ ਹੈਲਪਫੁਲ ਤੁਹਾਡੇ ਲਈ ਹੋਈ ਹੈ, ਤੁਹਾਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਿਆ। ਠੀਕ ਹੈ ਜੀ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਸ ਥਿਊਰੀ ਨਾਲ ਰਿਲੇਟਡ 50 ਕੁਐਸਚਨਸ ਜਿਹੜੇ ਨੇ ਉਹ ਵੈਲਿਡੀ ਕਰ ਲਏ ਨੇ, ਉਹ ਆਪਾਂ ਡਿਸਕਸ ਕਰਾਂਗੇ। ਐਂਡ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਕੇ ਜਾਣਾ ਹੈ, ਪਲੀਜ਼ ਲਾਈਕ ਜ਼ਰੂਰ ਕਰਕੇ ਜਾਣਾ ਹੈ। ਐਂਡ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਹੈਲਪ ਹੋ ਸਕੇ। ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਥੈਂਕ ਯੂ ਸੋ ਮਚ।